ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਇਲਾਹੀ ਬਾਬਾ ਨੰਦ ਸਿੰਘ ਜੀ ਦੀਆਂ ਜੀਵਨ ਝਲਕੀਆਂ ਅਥਵਾ ਆਨੰਦ ਚਮਤਕਾਰ। ਸਾਖੀ ਸੰਤ ਵਿਸਾਖਾ ਸਿੰਘ ਜੀ ਦੀ। ਬਾਬਾ ਜੀ ਨਾਨਕ ਸਰ ਕਲੀਰੀ ਬਿਰਾਜਮਾਨ ਹਨ। ਹਜ਼ੂਰ ਦਾ ਜਸ ਛਹੋਂ ਕੁੱਟਾਂ ਵਿੱਚ ਫੈਲ ਰਿਹਾ ਹੈ। ਸ਼੍ਰੀ ਮੁਖਵਾਕ ਅੰਦਰ ਕਮਾਣਾ ਸਰ ਪਰ ਉਗੜੈ, ਭਾਵੇਂ ਕੋਈ ਧਰਤੀ ਵਿੱਚ ਬੈਠ ਕਮਾਈ। ਭਾਵ ਚਾਹੇ ਕੋਈ ਪਹਾੜਾਂ ਦੀਆਂ ਕੰਦਰਾਂ ਵਿੱਚ ਤੇ ਚਾਹੇ ਕੋਈ ਪਤਾਲ ਵਿੱਚ ਬੈਠ ਕੇ ਕਮਾਈ ਕਰਦਾ ਹੈ, ਉਸ ਦੀ ਖੁਸ਼ਬੂ ਸਾਰੀ ਦੁਨੀਆ ਵਿੱਚ ਆਉਣ ਲੱਗ ਜਾਂਦੀ ਹੈ। ਤਿਵੇਂ ਹੀ ਅੱਜ ਸੰਤ ਵਿਸਾਖਾ ਸਿੰਘ ਜੀ ਹਜ਼ੂਰ ਦੇ ਚਰਨਾਂ ਵਿੱਚ ਪਹੁੰਚੇ। ਬਾਬਾ ਜੀ ਨੇ ਸੰਤ ਭੇਖ ਦਾ ਸਤਿਕਾਰ ਕੀਤਾ ਤੇ ਸੁਖ ਆਨੰਦ ਪੁੱਛੀ। ਅੱਗੋਂ ਸੰਤ ਵਿਸਾਖਾ ਸਿੰਘ ਜੀ ਨੇ ਇੱਕ ਕਿਤਾਬ ਕੱਢੀ ਤੇ ਖੋਲ੍ਹ ਕੇ ਕਹਿਣ ਲੱਗੇ, ਪਾਤਸ਼ਾਹ, ਆਹ ਇੱਕ ਗੱਲ ਐਸੀ ਲਿਖੀ ਹੋਈ ਹੈ ਜਿਹੜੀ ਪੜ੍ਹ ਕੇ ਮੇਰਾ ਦਿਮਾਗ ਚੱਕਰ ਖਾ ਗਿਆ ਹੈ। ਇਹ ਕਿਤਾਬ ਵੀ ਬੜੇ ਵਿਦਵਾਨ ਨੇ ਲਿਖੀ ਹੈ, ਪਰ ਇਸ ਗੱਲ ਦੀ ਸਮਝ ਨਹੀਂ ਆਈ। ਇਹ ਕਹਿ ਕੇ ਕਿਤਾਬ ਖੋਲ੍ਹ ਕੇ ਬਾਬਾ ਜੀ ਦੇ ਅੱਗੇ ਰੱਖ ਦਿੱਤੀ। ਹਜ਼ੂਰ ਨੇ ਕਿਹਾ, ਸੰਤ ਜੀ, ਤੁਸੀਂ ਜ਼ਬਾਨੀ ਦੱਸਦੇ ਹੋ, ਅਸੀਂ ਤਾਂ ਪੜ੍ਹੇ ਨਹੀਂ ਹੋਏ। ਇਹ ਸੁਣ ਕੇ ਸੰਤ ਜੀ ਨੇ ਹੱਥ ਜੋੜ ਕਿਹਾ, ਪਾਤਸ਼ਾਹ, ਸਾਨੂੰ ਸ਼ਰਮਿੰਦਿਆਂ ਨਾ ਕਰੋ। ਆਪ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਕੇ ਤਾਂ ਇੱਥੋਂ ਦੇ ਵਾੜ ਕਰਨ ਵਾਲਿਆਂ ਨਾਲ 10ਵੀਂ 12ਵੀਂ ਵਾਲੇ ਗੱਲ ਨਹੀਂ ਕਰ ਸਕਦੇ। ਬਾਬਾ ਜੀ ਨੇ ਕਿਹਾ, ਸੰਤ ਜੀ, ਕਹੋ ਕੀ ਕਹਿੰਦੇ ਹੋ। ਅੱਗੋਂ ਸੰਤਾਂ ਨੇ ਕਿਹਾ, ਪਾਤਸ਼ਾਹ, ਇਹ ਲਿਖਿਆ ਹੋਇਆ ਹੈ ਕਿ ਸੰਤ ਦੀ ਮੁਕਤੀ ਨਹੀਂ ਹੋ ਸਕਦੀ। ਸੰਤ 5 ਭੂਤਕ ਸਰੀਰ ਛੱਡ ਕੇ ਨਿਰੰਕਾਰ ਵਿੱਚ ਅਭੇਦ ਨਹੀਂ ਹੋ ਸਕਦਾ। ਬਾਬਾ ਜੀ ਨੇ ਕਿਹਾ, ਸੰਤ ਜੀ, ਤੁਹਾਡਾ ਕੀ ਵਿਚਾਰ ਹੈ। ਸੰਤਾਂ ਨੇ ਕਿਹਾ, ਮਹਾਰਾਜ, ਜੇ ਸੰਤ ਦੀ ਕਲਿਆਣ ਹੀ ਨਹੀਂ ਹੋ ਸਕਦੀ ਤਾਂ ਸੰਤਾਂ ਨੂੰ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਰਹਿ ਕੇ ਤਪੱਸਿਆ ਕਰਨ ਦੀ ਕੀ ਲੋੜ ਹੈ। ਸੰਤਾਂ ਨਾਲੋਂ ਤਾਂ ਗ੍ਰਹਸਥੀ ਹੀ ਚੰਗੇ ਹੋਏ। ਹਜ਼ੂਰ ਨੇ ਉੱਤਰ ਦਿੱਤਾ, ਜੀ, ਗ੍ਰਹਸਥੀ 10 ਨਵਾਂ ਦੀ ਧਰਮ ਦੀ ਕਿਰਤ ਕਰਦਾ ਹੈ, ਬਾਲ ਬੱਚੇ ਦੀ ਸੇਵਾ ਵੀ ਕਰਦਾ ਹੈ। ਸੰਤ ਸਿਮਰਨ ਰੱਬ ਦੀ ਪ੍ਰਾਪਤੀ ਵਾਸਤੇ ਕਰਦਾ ਹੈ, ਪਰ ਥੋੜ੍ਹਾ ਸਿਮਰਨ ਕਰਨ ਨਾਲ ਰਿੱਤੀ ਸਿੱਧੀ ਪ੍ਰਭਤਾ ਮੋਹ ਰੂਪ ਵਿੱਚ ਆ ਜਾਂਦੀ ਹੈ। ਇਸ ਮੋਹ ਨੂੰ ਪ੍ਰੇਮ ਸਮਝ ਕੇ ਰੱਬ ਦੀ ਪ੍ਰਾਪਤੀ ਦੀ ਇੱਛਾ ਛੱਡ ਦਿੰਦਾ ਹੈ ਤੇ ਪ੍ਰੇਮ ਕਹਿ ਦੁਨੀਆ ਵਿੱਚ ਖਚਤ ਹੋ ਜਾਂਦਾ ਹੈ। ਹਉਮੈ ਦੀਰਘ ਰੋਗ ਦਾ ਐਸਾ ਪਰਦਾ ਪੈ ਜਾਂਦਾ ਹੈ ਕਿ ਗੁਰੂ ਦਾ ਕਹਿਣਾ ਵੀ ਬੁਰਾ ਲੱਗਣ ਲੱਗ ਜਾਂਦਾ ਹੈ। ਜਿਵੇਂ ਬੱਚਾ ਅੱਗ ਨੂੰ ਲਾਲ ਸਮਝ ਕੇ ਹੱਥ ਪਾਉਂਦਾ ਹੈ, ਕੋਲ ਬੈਠੀ ਮਾਂ ਚੁੱਕ ਲੈਂਦੀ ਹੈ। ਬੱਚਾ ਰੋਂਦਾ ਹੈ, ਦੁੱਖ ਵੀ ਮੰਨਦਾ ਹੈ, ਪਰ ਮਾਂ ਨੂੰ ਇਹ ਪਤਾ ਹੈ ਕਿ ਇਸ ਨੇ ਅੱਗ ਨੂੰ ਹੱਥ ਲਾਇਆ ਤਾਂ ਇਹ ਸੜ ਜਾਏਗਾ। ਪਰ ਮਾਂ ਇਹ ਵੀ ਸਮਝਦੀ ਹੈ, ਫਿਰ ਇਲਾਜ ਕਰਨ ਦਾ ਵੀ ਸਾਨੂੰ ਦੁੱਖ ਭੋਗਣਾ ਪਏਗਾ। ਇਸ ਕਾਰਨ ਮਾਂ ਜ਼ਬਰਦਸਤੀ ਵੀ ਬੱਚੇ ਨੂੰ ਹੱਥ ਨਹੀਂ ਲਾਉਣ ਦਿੰਦੀ। ਤਿਵੇਂ ਹੀ ਸੰਤ ਜਿਤਨਾ ਚਿਰ ਗੁਰੂ ਦੇ ਭਰੋਸੇ 'ਤੇ ਡੋਰੀ ਛੱਡ ਦਿੰਦਾ ਹੈ, ਭਾਵ ਸੰਤ ਇਹ ਅਰਦਾਸ ਕਰਦਾ ਹੈ, ਹੇ ਨਿਰੰਕਾਰ, ਜੋ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਾਂ ਤੂੰ ਉਹ ਨਾ ਹੋਣ ਦੇਈਂ। ਜੋ ਮੈਂ ਮਨ ਦੀ ਮਰਜ਼ੀ ਕਰਦਾ ਹਾਂ ਉਸ ਵਿੱਚ ਵਿਘਨ ਪਾ ਦੇਈਂ। ਜੇ ਇਉਂ ਗੁਰੂ 'ਤੇ ਭਰੋਸਾ ਰੱਖੇ ਤਾਂ ਜੇ ਕਿਸੇ ਕਾਰਨ ਨਰਕਾਂ ਵਿੱਚ ਵੀ ਚਲਾ ਜਾਏ ਤਾਂ ਨਰਕਾਂ ਨੂੰ ਵੀ ਤਾਰ ਦੇਵੇਗਾ। ਪਰ ਇਹ ਤਾਂ ਦੁਨੀਆ ਦਾ ਮੋਹ ਦਾ ਸੰਗਲ ਗਲ ਵਿੱਚ ਪਾ ਲੈਂਦਾ ਹੈ ਤੇ ਅਰਦਾਸਾਂ ਕਰਦਾ ਹੈ, ਹੇ ਵਾਹਿਗੁਰੂ, ਜੇ ਮੇਰੇ ਸੇਵਕ ਦਾ ਫਲਾਣਾ ਕੰਮ ਨਾ ਕੀਤਾ ਤਾਂ ਮੇਰੀ ਹਤਕ ਹੋਊਗੀ, ਸੇਵਕ ਮੈਥੋਂ ਟੁੱਟ ਜਾਏਗਾ। ਲੋਕੀ ਕਹਿਣਗੇ, ਦੇਖੋ ਜੀ, ਇਹ ਸੰਤਾਂ ਦਾ ਸੇਵਕ ਸੀ, ਤਦ ਵੀ ਇਸ ਦਾ ਕੰਮ ਪੂਰਾ ਨਹੀਂ ਹੋਇਆ। ਇਹ ਮਾਇਆ ਰੂਪੀ ਮੋਹ ਐਸਾ ਹੈ ਜਿਸ ਨੂੰ ਹਜ਼ੂਰ ਕਹਿੰਦੇ ਹਨ, ਸ਼੍ਰੀ ਮੁਖਵਾਕ, ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਇਹ ਸੰਗਲ ਸੰਤ ਵੀ ਆਪਣੇ ਗਲ ਆਪ ਹੀ ਪਾ ਲੈਂਦਾ ਹੈ। ਜੇ ਸੰਤ ਦਾ ਕਾਰਜ ਪੂਰਾ ਨਾ ਹੋਵੇ ਤਾਂ ਰੱਬ ਨੂੰ ਵੀ ਮੇਣੇ ਮਾਰਦਾ ਹੈ। ਸ਼੍ਰੀ ਮੁਖਵਾਕ, ਤਵ ਗੁਣ ਕਹਾ ਜਗਤ ਗੁਰਾ, ਜਉ ਕਰਮ ਨ ਨਾਸੇ। ਭਾਵ, ਹੇ ਪ੍ਰਭੂ, ਮੈਂ ਤੇਰੀ ਭਗਤੀ ਕਰਦਾ ਹਾਂ, ਮੇਰੇ ਅਜੇ ਕਰਮਾਂ ਦਾ ਨਾਸ ਨਹੀਂ ਹੋਇਆ। ਜੇ ਕਾਰਜ ਪੂਰਾ ਹੋ ਜਾਏ ਤਾਂ ਚੁੱਕ ਨਮਸਕਾਰਾਂ ਕਰਦਾ ਹੈ।
ਸ੍ਰੀ ਮੁਖਵਾਕ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ। ਭਾਵ ਜਿਵੇਂ ਸ਼ਿਕਾਰੀ ਨੀਵਾਂ ਹੋ ਕੇ ਆਸੇ ਪਾਸੇ ਤੱਕਦਾ ਹੈ ਪਰ ਵਿੱਚੋਂ ਭਾਵ ਸ਼ਿਕਾਰ ਕਰਨ ਦਾ ਹੈ, ਤਿਵੇਂ ਹੀ ਬਹੁਤ ਸੰਤ ਪ੍ਰਾਪਤੀ ਤੋਂ ਖਾਲੀ ਲੋਕਾਂ ਦੀਆਂ ਅਰਦਾਸਾਂ ਆਪਣੇ ਮਤਲਬ ਵਾਸਤੇ ਕਰਦੇ ਹਨ, ਉਸ ਨੂੰ ਪਰਉਪਕਾਰ ਅਤੇ ਪ੍ਰੇਮ ਕਹਿ ਕੇ ਮੋਹਵਸ ਹੋਏ ਹਨ। ਸ਼੍ਰੀ ਮੁਖਵਾਕ ਸਭ ਕੋ ਨਿਵੈ ਆਪ ਕਹੋ ਪਰ ਕਹੋ ਨਾ ਨਿਵੇ ਨ ਕੋਏ। ਭਾਵ ਆਪਣੇ ਮੋਹ ਵਾਸਤੇ, ਮਤਲਬ ਵਾਸਤੇ, ਆਪਣੀ ਪ੍ਰਭਤਾ ਵਾਸਤੇ ਰੱਬ ਅੱਗੇ ਅਰਦਾਸਾਂ ਕਰਦੇ ਹਨ। ਜੇ ਕੋਈ ਕਿਸੇ ਬੰਦੇ ਦਾ ਵੀ ਸਤਿਕਾਰ ਕਰਦੇ ਹਨ ਤਾਂ ਉਸ ਵਿੱਚ ਵੀ ਇਹ ਇੱਛਾ ਰੱਖਦੇ ਹਨ ਕਿ ਮੈਂ ਇਸ ਦਾ ਸਤਿਕਾਰ ਕਰਾਂਗਾ, ਇਹ ਮੇਰਾ ਕਰੇਗਾ। ਜੇ ਮੈਂ ਇਸ ਨੂੰ ਪਾਣੀ ਪੁੱਛਾਂਗਾ ਤਾਂ ਅੱਗੋਂ ਦੁੱਧ ਦੀ ਇੱਛਾ ਰੱਖ ਕੇ ਪਾਣੀ ਪਿਆਉਂਦੇ ਹਨ। ਭਾਵ ਨਿਰਇੱਛਤ ਪ੍ਰੇਮ ਨਹੀਂ ਕਰਦੇ, ਤੇ ਜੋ ਇੱਛਾ ਰੱਖ ਕੇ ਪ੍ਰੇਮ ਕਰਦਾ ਹੈ ਉਸ ਨੂੰ ਸਾਹਿਬ ਮੋਹ ਕਹਿੰਦੇ ਹਨ। ਸ਼੍ਰੀ ਮੁਖਵਾਕ ਜਾ ਲੱਭ ਤਾ ਨਹਿ ਕਿਆ ਲੱਭ ਤਬ ਕੂੜਾ ਨੇਹੋ। ਭਾਵ ਜਿੱਥੇ ਲੱਭ ਮਤਲਬ ਖੁਦਗਰਜ਼ੀ ਹੈ ਉੱਥੇ ਪ੍ਰੇਮ ਨਹੀਂ ਰਹਿੰਦਾ। ਸ਼੍ਰੀ ਮੁਖਵਾਕ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨਾ ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ ਸੰਤ ਲਾਗ ਮਨਹਿ ਛਾੜ ਦੁਬਦਾ ਕੀ ਗੁਰਿਆ। ਸਾਹਿਬ ਪ੍ਰੀਤ ਕਰਨ ਦਾ ਰਾਹ ਦੱਸਦੇ ਹਨ। ਹੇ ਜੀਵ, ਸਾਰੀਆਂ ਪ੍ਰੀਤਾਂ ਵਿੱਚੋਂ ਜੋ ਗੁਰੂ ਨਾਲ ਪ੍ਰੀਤ ਕਰੇਗਾ ਇਹ ਲੇਖੇ ਵਿੱਚ ਹੈ, ਇਸੇ ਨੂੰ ਹੀ ਪ੍ਰੇਮ ਕਿਹਾ ਹੈ। ਬਾਕੀ ਹੋਰ ਪ੍ਰੀਤਾਂ ਮੋਹ ਦਾ ਰੂਪ ਹਨ, ਇਹਨਾਂ ਨੂੰ ਤਿਆਗਣ ਕਰ। ਇਹ ਕਿਸੇ ਲੇਖੇ ਵਿੱਚ ਨਹੀਂ ਹਨ, ਇਹ ਤਾਂ ਮੋਹ ਦਾ ਗਲ ਸੰਗਲ ਪਾਉਂਦੀਆਂ ਹਨ। ਇਹ ਤਾਂ ਕੂੜੀ ਦੁਬਦਾ ਹੈ, ਇਸ ਦਾ ਤਿਆਗ ਕਰ। ਪੂਰੇ ਸੰਤਾਂ ਦੀ ਸੰਗਤ ਕਰ, ਨਿਰਇੱਛਤ ਹੋ ਕੇ ਭਜਨ ਕਰ। ਰੱਬ ਦੀ ਪ੍ਰਾਪਤੀ ਹੋਵੇਗੀ ਤਾਂ ਤੇਰਾ ਸੱਚਾ ਪ੍ਰੇਮ ਗਿਣਿਆ ਜਾਏਗਾ। ਪਾਤਸ਼ਾਹੀ 10ਵੀਂ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬਾਬਾ ਜੀ ਨੇ ਕਿਹਾ, ਸੰਤ ਜੀ, ਜੇ ਕੋਈ ਘਰ ਬਾਹਰ ਛੱਡ ਕੇ ਮੋਹ ਰੂਪੀ ਸੰਗਲ ਗਲ ਪਾ ਕੇ ਚਾਹੇ ਕਿਤਨਾ ਵੀ ਜਪ ਤਪ ਪਾਠ ਪੂਜਾ ਕਰਦਾ ਹੈ ਤਦ ਵੀ ਉਸ ਦਾ ਕਲਿਆਣ ਨਹੀਂ ਹੋ ਸਕਦਾ। ਜੇਕਰ ਹੁਕਮ ਅਤੇ ਮਾਲਕ ਦੀ ਰਜ਼ਾ ਵਿੱਚ ਮਾਲਕ ਦਾ ਬਰਦਾ ਬਣ ਕੇ ਕੰਮ ਕਰਦਾ ਹੈ ਤਾਂ ਜੇ ਉਹ ਨਰਕਾਂ ਵਿੱਚ ਵੀ ਜਾਏਗਾ ਤਾਂ ਨਰਕ ਵੀ ਸੁਰਗ ਬਣਾ ਦੇਵੇਗਾ। ਸ੍ਰੀ ਮੁਖਵਾਕ ਨਾਨਕ ਹਉਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਇ। ਭਾਵ ਹੁਕਮ ਨੂੰ ਮੰਨ ਕੇ ਪੰਜਾਂ ਪਿਆਰਿਆਂ ਨੇ ਅਨੇਕਾਂ ਖੂਨ ਕੀਤੇ, ਅਨੇਕਾਂ ਦੀ ਹੀ ਰੱਖਿਆ ਕੀਤੀ, ਅਨੇਕਾਂ ਹੀ ਹੋਰ ਕੰਮ ਕੀਤੇ, ਪਰ ਉਹ ਹਉਮੈ ਤੋਂ ਰਹਿਤ ਹਨ, ਕਿਉਂਕਿ ਪੰਜਾਂ ਨੇ ਪਹਿਲੇ ਆਪਣਾ ਸਿਰ ਗੁਰੂ ਨੂੰ ਦੇ ਦਿੱਤਾ ਹੈ। ਤਿਵੇਂ ਹੀ ਜਿਸ ਨੇ ਆਪਣਾ ਆਪ ਗੁਰੂ ਨੂੰ ਦੇ ਦਿੱਤਾ ਹੈ ਉਹ ਕਲਿਆਣ ਰੂਪ ਹਨ। ਸ਼੍ਰੀ ਮੁਖਵਾਕ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਰਾਤੇ ਹਮ ਕਾਹੂ ਕੀ ਕਾਣ ਨ ਕੱਢਤੇ ਆਪਣੇ ਗੁਰ ਪ੍ਰਸਾਦੇ। ਭਾਵ ਗੁਰੂ ਦੀ ਕਿਰਪਾ ਨਾਲ ਨਰਕਾਂ ਦਾ ਡਰ ਕੋਈ ਨਹੀਂ, ਬਿਨਾਂ ਗੁਰੂ ਦੀ ਕਿਰਪਾ ਤੋਂ ਕਲਿਆਣ ਮੁਕਤੀ ਨਹੀਂ ਮਿਲ ਸਕਦੀ। ਇਹ ਬਚਨ ਸੁਣ ਕੇ ਸੰਤ ਵਿਸਾਖਾ ਸਿੰਘ ਜੀ ਨਿਰਉੱਤਰ ਹੋ ਗਏ, ਆਗਿਆ ਲੈ ਕੇ ਵਾਪਸ ਆਪਣੇ ਅਸਥਾਨ 'ਤੇ ਪਹੁੰਚੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।